ਰਾਜੂ ਜੀ ਲੋਕ ਕਹਿ ਰਹੇ ਨੇ ਕਿ ਬਾਹਰੋਂ ਆਏ ਹੋ ਤੁਸੀਂ। ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਜੀ। ਇਹ ਮਜੀਠੀਆ ਸਾਹਿਬ ਨੇ ਜੀ, ਉਹਨਾਂ ਦਾ ਜਨਮ ਸਥਾਨ ਦਿੱਲੀ ਆ ਔਰ ਸਾਰਾ ਉਹਨਾਂ ਦਾ ਜਿਹੜਾ ਬਚਪਨ ਔਰ ਬਾਕੀ ਨਿਕਲਿਆ ਹੈ ਪਾਲਣ ਪੋਸ਼ਣ ਉਹ ਯੂਪੀ ਵਗੈਰਾ 'ਚ ਹੋਇਆ ਜੀ। ਸਿੱਧੂ ਸਾਹਿਬ ਦਾ ਪਟਿਆਲਾ। ਰਾਜਨੀਤਿਕ ਐਕਸਪੀਰੀਅੰਸ ਸਭ ਤੋਂ ਵੱਡਾ ਤੁਸੀਂ ਜੇ ਸਮਝਦੇ ਹੋ ਕਿ ਸਿੱਧੂ ਸਾਹਿਬ ਦਾ ਹੈ ਤਾਂ 10 ਸਾਲ ਐਮਪੀ ਤੇ 10 ਸਾਲ ਐਮਐਲਏ ਉਹਨਾਂ ਦੀ ਫੈਮਿਲੀ ਨੂੰ ਜੋੜਦੇ ਹੋਏ ਔਰ 3 ਸਾਲ ਜਾਂ 2 ਸਾਲ ਮੰਤਰੀ ਸ਼ਹਿਰਾਂ ਦੇ ਹੈ ਨਾ ਜੀ। ਇਹ ਰਾਜਨੀਤਿਕ ਹੈ ਤੇ ਆਹ ਦੇਖ ਲਓ ਫਿਰ ਜਿਹੜੀ ਡਿਵੈਲਪਮੈਂਟ ਹੋਈ ਹੈ, ਆਹ ਵਿਕਾਸ ਹੋਇਆ ਹੈ ਜੀ। ਤੇ ਉਹਨਾਂ ਉੱਤੇ ਬਹੁਤ ਵੱਡਾ ਇੱਕ FIR ਲੱਗਿਆ ਹੋਇਆ ਹੈ ਚਿੱਟਾ ਵੇਚਣ ਦਾ। ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਹੈ ਕਿ ਤੁਸੀਂ ਸਰੈਂਡਰ ਕਰੋ 23 ਫਰਵਰੀ ਨੂੰ। ਤੇ ਤੁਹਾਨੂੰ ਲੱਗਦਾ ਹੈ ਕਿ ਵੀ ਰਾਜਨੀਤਿਕ ਐਕਸਪੀਰੀਅੰਸ ਇੱਦਾਂ ਦਾ ਜਾਂ ਇੱਕ ਗਵਰਨੈਂਸ ਐਡਮਿਨਿਸਟ੍ਰੇਸ਼ਨ ਦਾ ਜਿਹਨੂੰ ਇਹ ਪਤਾ ਕਿ ਅਫਸਰਾਂ ਨਾਲ ਕਿੱਦਾਂ ਕੰਮ ਕਰੀਦਾ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡੀ ਹੌਟ ਸੀਟ ਇਸ ਵਕਤ ਬਿਕਰਮ ਮਜੀਠੀਆ ਵਰਸਸ ਨਵਜੋਤ ਸਿੰਘ ਸਿੱਧੂ ਮੰਨੀ ਜਾ ਰਹੀ ਹੈ, ਲੇਕਿਨ ਭਾਜਪਾ ਵੱਲੋਂ ਇੱਕ ਵੱਡੇ ਉਮੀਦਵਾਰ ਨੂੰ ਉਤਾਰਾ ਗਿਆ ਹੈ, ਜਗਮੋਹਨ ਸਿੰਘ ਰਾਜੂ ਜੀ, ਜੋ ਕਿ ਸਾਬਕਾ IAS ਨੇ ਤੇ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ। ਤਾਂ ਕੁਝ ਸਵਾਲ ਜਵਾਬ ਅੱਜ ਹਲਕੇ ਦੇ ਲੋਕਾਂ ਨਾਲ ਵੀ ਉਹਨਾਂ ਨੇ ਕੀਤੇ ਨੇ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਤੰਗ ਭੀੜੀਆਂ ਗਲੀਆਂ ਦੇ ਵਿੱਚ ਇਸ ਵਕਤ ਮੌਜੂਦ ਨੇ, ਨਾਲ ਕੁਝ ਗੱਲਬਾਤ ਕਰਾਂਗੇ। ਰਾਜੂ ਜੀ ਲੋਕ ਕਹਿ ਰਹੇ ਨੇ ਕਿ ਬਾਹਰੋਂ ਆਏ ਹੋ ਤੁਸੀਂ। ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਜੀ। ਸਿਆਸੀ ਲੋਕ ਕਹਿ ਰਹੇ ਨੇ। ਉਹ ਕੌਣ ਸਿਆਸੀ ਲੋਕ ਨੇ ਜੀ? ਲਾਈਕ ਦੂਸਰੀ ਪਾਰਟੀ ਦੇ ਜਿਹੜੇ ਲੋਕ ਨੇ, ਬਿਕਰਮ ਮਜੀਠੀਆ ਹੋਣੀ ਨੇ ਜਾਂ ਨਵਜੋਤ ਸਿੰਘ ਸਿੱਧੂ ਨੇ ਜਾਂ ਉਹਨਾਂ ਦੇ ਜਿਹੜੇ ਸਬਆਰਡੀਨੇਟ ਨੇ, ਦੇ ਕਲੀਅਰ ਸੈਟ ਕਿ ਜੀ ਉਹਨਾਂ ਦਾ ਅੰਮ੍ਰਿਤਸਰ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ। ਹੁਣ ਮੈਂ ਸਮਝ ਗਿਆ ਜੀ। ਤੇ ਜਿਹੜੇ ਮਜੀਠੀਆ ਸਾਹਿਬ ਨੇ ਜੀ, ਉਹਨਾਂ ਦਾ ਜਨਮ ਸਥਾਨ ਦਿੱਲੀ ਆ ਔਰ ਸਾਰਾ ਉਹਨਾਂ ਦਾ ਜਿਹੜਾ ਬਚਪਨ ਔਰ ਬਾਕੀ ਨਿਕਲਿਆ ਹੈ ਪਾਲਣ ਪੋਸ਼ਣ ਉਹ ਯੂਪੀ ਵਗੈਰਾ 'ਚ ਹੋਇਆ ਜੀ। ਸਿੱਧੂ ਸਾਹਿਬ ਦਾ ਪਟਿਆਲਾ ਜਨਮ ਸਥਾਨ ਤੇ ਮੇਰਾ ਜਨਮ ਸਥਾਨ ਫਰੀਦਕੋਟ ਹੈ। ਤੇ ਸਾਰੇ 25 ਸਾਲ ਆਪਣੀ ਜ਼ਿੰਦਗੀ ਦੇ ਪਹਿਲੇ ਮੈਂ ਹਰ ਸ਼ਹਿਰ ਔਰ ਹਰ ਪਿੰਡ, ਜਗਰਾਉਂ ਸਾਡਾ ਪਿੰਡ ਜੱਦੀ ਮਤਲਬ ਜ਼ਮੀਨ ਉੱਥੇ ਸੀ, ਮੰਡ ਤਿਆੜਾ ਸਾਡਾ ਪਿੰਡ ਹੈ। ਤੇ ਇਹਦੇ 'ਚ ਬਾਹਰ ਵਾਲੀ ਕਿਹੜੀ ਗੱਲ ਹੋ ਗਈ? ਦੂਜੀ ਗੱਲ ਇਹ ਹੈ ਕਿ ਦੇਖੋ, ਜੇ ਬਨਾਰਸ ਦੇ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨੂੰ 2014 'ਚ ਇਹੀ ਕਿਹਾ ਹੁੰਦਾ ਕਿ ਜੀ ਤੁਸੀਂ ਤਾਂ ਬਾਹਰ ਤੋਂ, ਤੇ ਜਿਹੜਾ ਵਿਕਾਸ ਅੱਜ ਉੱਥੇ ਹੋ ਰਿਹਾ ਹੈ ਤੇ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਉਸ ਤੋਂ ਵਾਂਝੇ ਹੋ ਜਾਂਦੇ। ਆਪਾਂ ਨੂੰ ਇੱਕ ਮੈਰਿਟ ਦੀ ਗੱਲ ਕਰਨੀ ਚਾਹੀਦੀ ਹੈ, ਆਪਾਂ ਨੂੰ ਕ੍ਰੈਡੀਬਿਲਿਟੀ ਦੀ ਗੱਲ ਕਰਨੀ ਚਾਹੀਦੀ ਹੈ, ਆਪਾਂ ਨੂੰ ਐਕਸਪੀਰੀਅੰਸ ਦੀ ਗੱਲ ਕਰਨੀ ਚਾਹੀਦੀ ਹੈ। ਆਪਾਂ ਨੂੰ ਇੱਕ ਮੈਂ ਇੱਥੇ ਰੁਕਾਂਗਾ। ਐਕਸਪੀਰੀਅੰਸ ਕਹਿੰਦੇ ਰਾਜਨੀਤਿਕ ਐਕਸਪੀਰੀਅੰਸ ਤੇ ਹੈ ਹੀ ਨਹੀਂ ਤੁਹਾਡਾ। ਰਾਜਨੀਤਿਕ ਐਕਸਪੀਰੀਅੰਸ ਸਭ ਤੋਂ ਵੱਡਾ ਤੁਸੀਂ ਜੇ ਸਮਝਦੇ ਹੋ ਕਿ ਸਿੱਧੂ ਸਾਹਿਬ ਦਾ ਹੈ ਤਾਂ 10 ਸਾਲ MP ਤੇ 10 ਸਾਲ MLA ਉਹਨਾਂ ਦੀ ਫੈਮਿਲੀ ਨੂੰ ਜੋੜਦੇ ਹੋਏ ਔਰ 3 ਸਾਲ ਜਾਂ 2 ਸਾਲ ਮੰਤਰੀ ਸ਼ਹਿਰਾਂ ਦੇ ਹੈ ਨਾ ਜੀ। ਇਹ ਰਾਜਨੀਤਿਕ ਹੈ ਤੇ ਆਹ ਦੇਖ ਲਓ ਫਿਰ ਜਿਹੜੀ ਡਿਵੈਲਪਮੈਂਟ ਹੋਈ ਹੈ, ਆਹ ਵਿਕਾਸ ਹੋਇਆ ਹੈ ਜੀ। ਕੁਝ ਗੱਲ ਕਰੋਗੇ ਲੋਕਾਂ ਨਾਲ? ਕੁਝ ਮੈਨੂੰ ਤਾਂ ਲੱਗਦਾ ਹੈ ਭਾਈ ਸਾਹਿਬ ਸਭ ਰਾਜੀ ਖੁਸ਼ੀ ਹੋ। ਪਾਣੀ ਪੂਣੀ ਥੱਲੇ ਪਿਆ ਹੈ। ਉਹ ਪਾਣੀ ਪਾਈ ਦਾ ਨਾ ਫਿਰ ਰੁੜ ਜਾਏਗਾ ਪਾਣੀ। ਅੱਛਾ, ਨਾਲੀਆਂ ਠੀਕ ਨੇ, ਸਾਫ਼ ਸੁਥਰੀਆਂ ਜੀ? ਸਭ ਠੀਕ ਹੈ। ਸੋ ਐਕਸਪੀਰੀਅੰਸ ਦੀ ਗੱਲ ਕਰਨੇ, ਕਹਿੰਦੇ ਜੀ ਰਾਜਨੀਤਿਕ ਐਕਸਪੀਰੀਅੰਸ ਨਹੀਂ ਹੈ ਤੁਹਾਡਾ। ਹਾਂ, ਮੈਂ ਤਾਂ ਉਹ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਜਿਨ੍ਹਾਂ ਦਾ ਰਾਜਨੀਤਿਕ ਐਕਸਪੀਰੀਅੰਸ ਹੈ ਉਹ ਉਹਨਾਂ ਚੋਂ ਇੱਕ ਵੱਡਾ ਰਾਜਨੀਤਿਕ ਐਕਸਪੀਰੀਅੰਸ ਵਾਲੇ ਨੇ ਤਾਂ ਇੰਨੀ ਬੈਕਵਰਡਨੈਸ ਇੱਥੇ ਅੰਮ੍ਰਿਤਸਰ 'ਚ ਕ੍ਰੀਏਟ ਕੀਤੀ ਕਿ ਉਹਨਾਂ ਦੇ ਆਪਣੇ ਜਿਹੜੇ ਮੁੱਖ ਮੰਤਰੀ ਸਨ, ਜਦੋਂ ਉਹ ਮਿਨਿਸਟਰ ਸਨ, ਉਹਨਾਂ ਨੇ ਕਿਹਾ ਜੀ ਇਹ ਮੰਤਰੀ ਬਣਨ ਦੇ ਫਿੱਟ ਨਹੀਂ ਹੈ ਤੇ ਇਹਨਾਂ ਨੂੰ ਮੰਤਰੀ ਤੋਂ ਬਰਖਾਸਤ ਕਰ ਰਹੇ ਹਾਂ। ਤੇ ਉਹਨਾਂ ਦੇ ਆਪਣੇ ਹਾਈ ਕਮਾਂਡ ਨੇ ਇਹ ਕਿਹਾ ਕਿ ਤੁਸੀਂ ਮੁੱਖ ਮੰਤਰੀ ਦੇ ਫਿੱਟ ਨਹੀਂ ਹੋ ਤੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਉਣਾ। ਤੇ ਇਹ ਰਾਜਨੀਤਿਕ ਐਕਸਪੀਰੀਅੰਸ ਹੈ। ਦੂਜੇ ਵੀ ਇੱਕ ਹੋਰ ਨੇ ਜਿਨ੍ਹਾਂ ਉੱਤੇ ਰਾਜਨੀਤਿਕ ਜਿਹੜਾ ਤੁਸੀਂ ਕਹਿੰਦੇ ਐਕਸਪੀਰੀਅੰਸ ਬਹੁਤ ਹੈ। ਨਹੀਂ, ਉਹ ਕਹਿ ਰਹੇ ਨੇ ਜੀ। ਹਾਂ, ਤੁਸੀਂ ਕਹਿ ਰਹੇ ਹੋ ਜਾਂ ਕੋਈ ਵੀ ਕਹਿ ਰਿਹਾ ਹੈ
ਤੇ ਉਹਨਾਂ ਉੱਤੇ ਬਹੁਤ ਵੱਡਾ ਇੱਕ FIR ਲੱਗਿਆ ਹੋਇਆ ਹੈ ਚਿੱਟਾ ਵੇਚਣ ਦਾ। ਸੁਪਰੀਮ ਕੋਰਟ ਨੇ ਇਹ ਹੁਕਮ ਕੀਤਾ ਹੈ ਕਿ ਤੁਸੀਂ ਸਰੈਂਡਰ ਕਰੋ 23 ਫਰਵਰੀ ਨੂੰ। ਤੇ ਤੁਹਾਨੂੰ ਲੱਗਦਾ ਹੈ ਕਿ ਵੀ ਰਾਜਨੀਤਿਕ ਐਕਸਪੀਰੀਅੰਸ ਇੱਦਾਂ ਦਾ ਜਾਂ ਇੱਕ ਗਵਰਨੈਂਸ ਐਡਮਿਨਿਸਟ੍ਰੇਸ਼ਨ ਦਾ, ਜਿਹਨੂੰ ਇਹ ਪਤਾ ਕਿ ਅਫਸਰਾਂ ਨਾਲ ਕਿੱਦਾਂ ਕੰਮ ਕਰੀਦਾ ਹੈ, ਜਿਹਨੂੰ ਇਹ ਪਤਾ ਹੈ ਕਿ ਡਿਵੈਲਪਮੈਂਟ ਕਿੱਦਾਂ ਕਰੀਦੀ ਹੈ, ਜਿਹਨੂੰ ਇਹ ਪਤਾ ਹੈ ਕਿ ਭਾਰਤ ਸਰਕਾਰ ਤੋਂ ਫੰਡ ਕਿੱਦਾਂ ਲੈਣੇ ਨੇ, ਉਹ ਇਸ ਹਲਕੇ ਲਈ ਫਾਇਦਾਮੰਦ ਨੇ। ਇੱਕ ਹੋਰ ਸਵਾਲ, ਤੁਹਾਡਾ ਐਕਸਪੀਰੀਅੰਸ ਕੀ ਹੈ? ਤੁਹਾਡਾ ਅਗਰ ਤੁਸੀਂ ਕਿਹਾ ਮੈਂ ਅੱਛੀ ਗਵਰਨੈਂਸ ਦੇ ਸਕਦਾ, ਤੁਹਾਡੀ ਗਵਰਨੈਂਸ ਦਾ ਐਕਸਪੀਰੀਅੰਸ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਜਗਮੋਹਨ ਰਾਜੂ ਜੀ ਹੈ ਕੌਣ? ਦੇਖੋ 37 ਸਾਲ ਦੇ ਵਿੱਚ ਇੰਨੀਆਂ ਵਧੀਆ ਕੰਮ ਕੀਤੇ ਨੇ ਕਿ ਮੈਂ ਹੁਣ ਦੱਸਣ ਲੱਗਾ ਤਾਂ ਇਦਾਂ ਲੱਗੇਗਾ ਵੀ ਸ਼ੇਖ ਚਲੀ ਹੈ। ਔਰ ਸਾਨੂੰ 37 ਸਾਲ ਦੇ ਕੰਮ ਕਰਨ ਲਈ 37 ਘੰਟੇ ਤਾਂ ਹੋਣੇ ਚਾਹੀਦੇ ਨੇ। ਪਰ ਇੱਕ ਨਿੱਕੀ ਜਿਹੀ ਗੱਲ ਦੱਸਦਾ ਹੈ ਕਿ ਜੀ ਇੱਕ ਪਬਲਿਕ ਸਰਵਿਸ ਕਮਿਸ਼ਨ ਜਿੱਥੇ ਸਾਰੀਆਂ ਨੌਕਰੀਆਂ ਸਰਕਾਰ ਦੀਆਂ ਉੱਥੋਂ ਦਿੱਤੀਆਂ ਜਾਂਦੀਆਂ, ਸਿਲੈਕਸ਼ਨ ਉੱਥੋਂ ਹੁੰਦੀ ਹੈ, ਉਹਦੇ ਵਿੱਚ ਇੱਕ ਬੜੀ ਪ੍ਰੋਬਲਮ ਸੀਗੀ ਕਿ ਜਿੱਦਾਂ ਪੰਜਾਬ ਦੇ ਵਿੱਚ ਪੇਪਰ ਲੀਕ ਹੋ ਜਾਂਦੇ ਸੀ ਔਰ ਸਿਲੈਕਸ਼ਨਾਂ ਦੇ ਲਈ ਕਰਪਸ਼ਨ ਬੜੀ ਸੀਗੀ ਜੀ। ਅਤੇ ਮੈਨੂੰ ਉੱਥੇ ਲਗਾਇਆ ਗਿਆ ਸਿਰਫ ਇਸ ਕੰਮ ਲਈ ਕਿ ਵੀ ਇਹਨੂੰ ਬਿਲਕੁਲ ਸਾਫ਼ ਸੁਥਰਾ ਕਰ ਦਿਓ। ਅਤੇ 6-8 ਮਹੀਨਿਆਂ ਦੇ ਵਿੱਚ ਮੈਂ ਸਾਰੇ ਇਸ ਤਰ੍ਹਾਂ ਦੇ ਸਿਸਟਮ ਉੱਥੇ ਕ੍ਰੀਏਟ ਕਰਤੇ ਕਿ ਉਸ 10 ਸਾਲ ਤੱਕ ਜਦੋਂ ਤੱਕ ਮੈਂ ਉਸ ਦੇ ਨਾਲ ਰੈਲੇਵੈਂਟ ਰਿਹਾ, ਯਾਦ ਹੈ ਮੈਨੂੰ, ਕੋਈ ਵੀ ਦੁਬਾਰਾ ਨਾ ਪੇਪਰ ਲੀਕ ਹੋਇਆ ਅਤੇ ਨਾ ਕੋਈ ਕੰਟਰੋਵਰਸੀ ਉੱਥੇ ਹੋਈ ਹੈ ਜੀ। ਅਤੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਕਰਪਸ਼ਨ ਨੂੰ ਹਟਾਉਣਾ, ਸਿਸਟਮਸ ਲਿਆਣੇ। ਔਰ ਇੱਕ ਹੋਰ ਐਗਜ਼ਾਮਪਲ ਦੇ ਰਹੇ ਹਾਂ ਕਿ ਜਿੱਦਾਂ ਹੁਣ ਅੰਮ੍ਰਿਤਸਰ ਤੋਂ ਚੌਲ ਜਿਹੜੇ ਨੇ ਬਾਸਮਤੀ ਬੜੀ ਐਕਸਪੋਰਟ ਹੁੰਦੀ ਹੈ। ਜਦੋਂ ਮੈਂ ਕਮਰਸ ਮਿਨਿਸਟਰੀ ਦੇ ਵਿੱਚ ਪੀਡਾ ਦਾ ਡਾਇਰੈਕਟਰ ਸੀ, 3 ਸਾਲ ਰਹੇ, ਅਤੇ ਅੰਮ੍ਰਿਤਸਰ ਤੋਂ ਬਾਸਮਤੀ ਕਿੱਦਾਂ ਐਕਸਪੋਰਟ ਕਰਕੇ ਯੂਰਪ ਦੇ ਵਿੱਚ ਉਹਦੀ ਅਸੀਂ 3 ਗੁਣਾ ਐਕਸਪੋਰਟ ਵਧਾਈ ਜੀ। ਸੋ ਇਹਨੂੰ ਕਹਿੰਦੇ ਹੈ ਜੀ ਗਵਰਨੈਂਸ। ਹਾਂਜੀ, ਬਟ ਸਾਡੇ ਇੱਥੇ ਇੱਕ ਗਵਰਨੈਂਸ ਕੁਝ ਇਸ ਤਰ੍ਹਾਂ ਦੀ ਅੱਜ ਕੱਲ੍ਹ ਰਾਜਨੀਤਿਕ ਕਾਟਾ, ਤੁਸੀਂ ਚਾਹੋ ਕਿ ਤੁਸੀਂ ਆਪਣੇ ਕੈਂਪੇਨ ਵੀ ਜਾਰੀ ਰੱਖੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਅੱਜ ਕੱਲ੍ਹ ਇੱਥੇ ਚੱਲਦੀ ਹੈ ਜੀ ਕਿ ਇੱਕ ਦੂਸਰੇ ਦੇ ਉੱਤੇ ਪਰਸਨਲ ਅਟੈਕ ਕੀਤੇ ਜਾਂਦੇ ਨੇ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸਾਨੂੰ ਕਈ ਵਾਰ ਪੱਤਰਕਾਰ ਕਹਿੰਦੇ ਆ ਕਿ ਜੀ ਤੁਸੀਂ ਤਿੱਖਾ ਨਹੀਂ ਬੋਲਦੇ, ਤੁਸੀਂ ਗਾਲ ਨਹੀਂ ਕੱਢਦੇ। ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਕਰ ਰਿਹਾ ਕਿ ਤੁਸੀਂ ਗੁੱਡ ਗਵਰਨੈਂਸ ਦੀ ਗੱਲ ਕੀਤੀ ਹੈ, ਬਟ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰੀ, ਖਾਸ ਕਰਕੇ ਮਾਝੇ ਖੇਤਰ ਦੇ ਵਿੱਚ ਨਾ ਕਿਹਾ ਜਾਂਦਾ ਹੈ ਕਿ ਸਟੇਜ ਤੇ ਆ ਕੇ ਖੜ ਕੇ ਨਾ ਕਹਿੰਦੇ ਜਿਹੜਾ ਕਿ ਜੱਟ ਭਾਊ ਉੱਚੀ ਆਵਾਜ਼ 'ਚ ਬੋਲੂ ਤੇ ਉਹਦੀ ਗੱਲ ਜਿਹੜਾ ਜ਼ਿਆਦਾ ਸੁਣੀ ਜਾਂਦੀ ਹੈ। ਮੈਂ ਉਹੀ ਕਹਿ ਰਿਹਾ ਜੀ ਕਿ ਇਸੇ ਮਾਝੇ 'ਚ ਗੁਰੂ ਸਾਹਿਬਾਨ ਦੇ ਜਿਹੜਾ ਸਥਾਨ ਹੈ ਇਹੀ ਹੈ ਨਾ ਜੀ। ਉਹੀ ਗੁਰਬਾਣੀ ਕਹਿੰਦੀ ਹੈ ਕਿ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ। ਉਹੀ ਕਹਿੰਦੇ ਹੈ ਜੀ ਕਿ ਮਿੱਠਾ ਬੋਲਣਾ ਸਾਨੂੰ ਸਿਖਾਉਂਦੇ ਨੇ। ਤੇ ਆਪਾਂ ਨਾ ਤੇ ਚੰਗੇ ਸਿੱਖ ਰਹੇ ਹਾਂ ਤੇ ਨਾ ਚੰਗੇ ਸਿਆਸਤਦਾਨ ਰਹੇ ਹਾਂ ਤੇ ਨਾ ਚੰਗੇ ਐਡਮਿਨਿਸਟ੍ਰੇਟਰ ਰਹੇ ਹਾਂ। ਤੁਸੀਂ ਹੌਟ ਸੀਟ ਤੇ ਸੁਣਦੇ ਹੋਵੋਗੇ ਅੱਜ ਕੱਲ੍ਹ, ਕਿਉਂਕਿ ਚੋਣਾਂ ਦਾ ਸਮਾਂ ਹੈ ਤਾਂ ਜ਼ਰੂਰ ਸੁਣਦੇ ਹੋਵੋਗੇ ਤੁਸੀਂ ਕਿ ਕੁਝ ਇੱਕ ਕਾਫੀ ਜਿਹੜੀ ਇੱਕ ਖਿੱਚਾਤਾਨ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲਦੀ ਹੈ। ਤਾਂ ਸ਼ਬਦਾਵਲੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਣੇ, ਕਿਸੇ ਤੇ ਇਹ ਸ਼ਬਦਾਵਲੀ ਹੋ ਰਹੀ ਕਿ ਉਹ ਮੰਦਾ ਬੋਲਦਾ ਹੈ, ਕੋਈ ਕਹਿੰਦੇ ਨੇ ਕਿ ਗਲਤ ਬੋਲਦਾ ਹੈ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਤਾਂ ਉਹੀ ਤੁਹਾਨੂੰ ਸਮਝਾ ਰਿਹਾ, ਮੈਂ ਆਪਣਾ ਇਸ਼ੂ ਤੁਹਾਡੇ ਸਾਹਮਣੇ ਰੱਖ ਰਿਹਾ ਸੀਗਾ ਕਿ ਵੀ ਇਹ ਇੱਕ ਪੰਜਾਬ ਦੀ ਰਵਾਇਤ ਨਹੀਂ ਹੈ ਕਿ ਆਪਾਂ ਗਾਲੀ ਗਲੋਚ ਦੀ ਰਾਜਨੀਤੀ ਕਰੀਏ। ਸਾਨੂੰ ਤਾਂ ਮਿੱਠਾ ਬੋਲਣਾ, ਮਨ ਨੀਵਾਂ ਤੇ ਮੱਤ ਉੱਚੀ ਰੱਖਣ ਦਾ ਇਹ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਹੈ। ਪਰ ਇਸ ਗਾਲੀ ਗਲੋਚ ਦੇ ਵਿੱਚ ਦੁਨੀਆ ਦੇ ਔਰ ਆਮ ਆਦਮੀ ਦੇ ਸਾਰੇ ਮੁੱਦੇ ਗਵਾਚ ਗਏ ਨੇ, ਉਹਨਾਂ ਨੂੰ ਦਬਾ ਦਿੱਤਾ ਗਿਆ ਹੈ। ਅੱਜ ਕੋਈ ਵੀ ਗਲੀਆਂ ਦੀ ਸਫਾਈਆਂ, ਚਿੱਟੇ ਦੀ, ਨੌਕਰੀਆਂ ਦੀ, ਕਿ ਸਾਰੇ ਉਹ ਵਾਅਦੇ ਤੇ ਖੈਰ ਬਹੁਤ ਸਹੇ ਪੰਜਾਬ ਨੇ। ਨਹੀਂ, ਮੈਂ ਵਾਅਦਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਅੱਜ ਦੀ ਸਥਿਤੀ ਦੀ ਗੱਲ ਕਰ ਰਿਹਾ ਕਿ ਅੱਜ ਦੇ ਦਿਨ 'ਚ ਇਹ ਸਾਰੇ ਫੈਕਟਸ ਨੇ ਕਿ ਪੰਜਾਬ ਦੇ ਵਿੱਚ ਨਾ ਤਾਂ ਪੈਸਾ ਰਹਿ ਗਿਆ, ਗਰੀਬ ਹੋ ਗਿਆ ਹੈ, 3 ਲੱਖ ਰੁਪਏ ਦਾ ਇੱਥੇ ਕਰਜ਼ਾ ਹੈ, ਤੇ ਨਾ ਤਾਂ ਪੰਜਾਬ ਸਰਕਾਰ ਦੇ ਕੋਲ ਕੋਈ ਪੈਸਾ ਹੈ। ਲੋਕੀ ਗਰੀਬ ਨੇ, ਤੁਸੀਂ ਅੰਦਰ ਜਾ ਕੇ ਦੇਖੋ,
ਮੇਰੇ ਹਲਕੇ ਦੇ ਵਿੱਚ ਤੁਹਾਨੂੰ ਗਰੀਬੀ ਕੀ ਹੁੰਦੀ ਹੈ ਇਹ ਤੁਹਾਨੂੰ ਦਿਖਾਈ ਦੇਗੀ। ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲ ਸਾਰਾ ਰੋਡ ਮੈਪ ਹੈਗਾ, ਘਬਰਾਉਣ ਦੀ ਲੋੜ ਨਹੀਂ, 6 ਮਹੀਨੇ ਸਭ ਠੀਕ ਕਰ ਦਿਆਂਗੇ। ਦੇਖੋ ਜੋ ਉਹ ਦਿੱਲੀ ਦੇ ਵਿੱਚ ਰਹੇ ਨੇ ਤੇ ਦਿੱਲੀ 'ਚ ਤਾਂ ਕੁਝ ਠੀਕ ਕੀਤਾ ਨਹੀਂ। ਜਿਹੜਾ ਵੀ ਕੰਮ ਉੱਥੇ ਹੋ ਰਿਹਾ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਦਿੱਲੀ ਸਰਕਾਰ ਕੇਜਰੀਵਾਲ ਸਰਕਾਰ ਨਹੀਂ ਹੈ। ਦਿੱਲੀ ਸਰਕਾਰ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਦੇ ਨਾਲ ਲੈਫਟੀਨੈਂਟ ਗਵਰਨਰ ਜੋ ਕਿ ਭਾਰਤ ਸਰਕਾਰ ਦਾ ਨੁਮਾਇੰਦਾ ਹੁੰਦਾ ਉਹ ਚਲਾਉਂਦਾ ਹੈ ਜੀ। ਸਾਰੀਆਂ ਸਕੀਮਾਂ, ਸਾਰੇ ਬਜਟ, ਸਾਰੇ ਇੰਪਲੀਮੈਂਟੇਸ਼ਨ ਉਹ ਕਰਦੇ ਨੇ ਜੀ। ਤੇ ਇਹ ਕਹਿਣਾ ਕਿ ਜੀ ਉਹ ਸਰਕਾਰ ਮੇਰੀ ਹੈ ਤੇ ਉਹਦੀ ਸਕਸੈਸ ਦਾ ਸਿਹਰਾ ਆਪਣੇ ਉੱਤੇ ਪਾਣਾ ਮੈਨੂੰ ਬਿਲਕੁਲ ਗਲਤ ਲੱਗਦਾ ਹੈ ਜੀ। ਅੱਜ ਕੱਲ੍ਹ ਬਹੁਤ ਸਾਰੀ ਲੇਡੀਜ਼ ਵੀ ਬਹੁਤ ਗੱਲਾਂ ਹੋ ਰਹੀਆਂ ਨੇ, 1000 ਰੁਪਇਆ ਦਿਆਂਗੇ, ਕੋਈ 2000 ਦੀ ਗੱਲ ਕਰਦਾ, ਤੇ ਸਿੱਧੂ ਸਾਹਿਬ ਤੇ ਕਹਿੰਦੇ ਮੈਂ ਸਕੂਟੀ ਤੇ ਨਾਲ ਲੈਪਟਾਪ ਵੀ ਨਾਲ ਦਿਆਂਗਾ। ਤੁਹਾਡੀ ਗਵਰਨੈਂਸ ਦੀ ਗੱਲ ਕਰੀ, ਕਿਆ ਇੱਕ ਗਵਰਨੈਂਸ ਕਿਉਂਕਿ ਰੂਲ ਮੀਨਸ ਗਵਰਨੈਂਸ, ਤਾਂ ਕਿਆ ਇੱਕ ਗਵਰਨੈਂਸ ਇਹ ਚੀਜ਼ਾਂ ਜਾਇਜ਼ ਨੇ, ਕਿਆ ਇਹ ਹੋ ਸਕਦੀਆਂ ਨੇ? ਤੁਸੀਂ ਕਿਹਾ ਜੀ ਕਿ ਮੇਰਾ ਇੱਕ 37 ਸਾਲ ਦਾ ਐਕਸਪੀਰੀਅੰਸ ਹੈ, ਤਾਂ ਮੇਰਾ ਇੱਕ ਕੁਐਸਚਨ ਹੈ ਤੁਹਾਨੂੰ ਕਿ ਕਿਆ ਇਹ ਪੋਸੀਬਲ ਹੈ? ਦੇਖੋ ਇਹਦੇ ਵਿੱਚ ਕੱਲਿਆਂ ਨੂੰ ਸਵਾਲ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਤੁਹਾਨੂੰ ਤਿੰਨਾਂ ਨੂੰ ਬੁਲਾ ਕੇ ਇੱਕ ਡਿਬੇਟ ਕਰਨਾ ਚਾਹੀਦਾ ਜੀ। ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਬੁਲਾਓ, ਅਕਾਲੀ ਦਲ ਵਾਲਿਆਂ ਨੂੰ ਵੀ ਬੁਲਾਓ, ਤੇ ਸਿੱਧੂ ਸਾਹਿਬ ਨੂੰ ਵੀ ਬੁਲਾਓ ਔਰ ਮੈਨੂੰ ਵੀ ਬੁਲਾਓ ਔਰ ਇੱਕ ਡਿਬੇਟ ਕਰੋ। ਉਸ ਡਿਬੇਟ 'ਤੇ ਦੱਸਣਾ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਇੱਕ ਪਾਸੇ ਤਾਂ ਕਿ ਪੰਜਾਬ ਦੇ ਕਿਹੜੀਆਂ ਪ੍ਰੋਬਲਮ ਨੇ ਅੱਜ ਦੇ ਦਿਨ 'ਚ, ਦੂਜਾ ਕਿ ਅਸੀਂ ਆਹ ਚੀਜ਼ਾਂ ਦਾ ਸਾਡਾ ਐਲਾਨ ਹੈ ਪਰ ਇਹ ਚੀਜ਼ਾਂ ਕਰਨ ਨਾਲ ਆਹ ਪ੍ਰੋਬਲਮ ਕਿੱਦਾਂ ਖਤਮ ਹੋਣਗੀਆਂ ਇਹਦਾ ਇੱਕ ਉਹਨਾਂ ਨੂੰ ਸਮਝਾਉਣਾ ਚਾਹੀਦਾ ਔਰ ਇੱਕ ਦੂਜੇ ਨੂੰ ਅਸੀਂ ਸਵਾਲ ਕਰਾਂਗੇ। ਕਹਿੰਦੇ ਹੈਗਾ ਜੀ ਸਾਡੇ ਕੋਲ ਸਭ ਕੁਝ। ਦੱਸੋ ਨਾ ਜੀ, ਮੈਂ ਇਹ ਕਹਿ ਰਿਹਾ ਵਾਰੀ ਤੁਹਾਨੂੰ ਕਿ ਜੇ ਤੁਸੀਂ ਬੀਬੀਆਂ ਨੂੰ ਕੋਈ ਸਕਾਲਰਸ਼ਿਪ ਦਿੰਦੇ ਹੋ, 1000 ਰੁਪਇਆ 2000 ਦਿੰਦੇ ਹੋ, ਤੇ ਕੀ ਉਹਨਾਂ ਦੀ ਨੌਕਰੀ ਲੱਗ ਜਾਊਗੀ? ਕੀ ਬਾਹਰ ਜਾਣਾ, ਜਿਹੜੇ ਬੱਚੇ ਬਾਹਰ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ, ਉਹ ਚਲੇ ਜਾਣਗੇ? ਕੀ 1000 ਰੁਪਏ ਦੇਣ ਨਾਲ ਚਿੱਟਾ ਦਾ ਕੰਮ ਖਤਮ ਹੋ ਜਾਏਗਾ? ਕੀ 1000 ਰੁਪਏ ਦੇਣ ਨਾਲ ਗੁੰਡਾਗਰਦੀ ਖਤਮ ਹੋ ਜਾਏਗੀ? ਹਕੀਕਤ ਇਹ ਹੈ ਨਾ। ਔਰ ਇਸ ਤੋਂ ਵੱਡਾ ਇੱਕ ਸਵਾਲ ਹੈ ਕਿ ਇਹ ਸਾਰਾ ਪੈਸਾ ਫੰਡ ਲਿਆਉਣ ਲਈ ਤੁਹਾਡੇ ਕੋਲ ਰਕਮ ਕਿੱਥੋਂ ਆਏਗੀ? ਤੁਸੀਂ ਐਵੇਂ ਇੱਕ ਇਲੂਜ਼ਨ, ਇੱਕ ਗੁਬਾਰਾ ਜਿਹੜਾ ਐਵੇਂ ਬਬਲ ਹੈ ਉਹ ਦਿਖਾਈ ਜਾ ਰਹੇ ਹੋ, ਹਕੀਕਤ ਦੱਸ ਨਹੀਂ ਰਹੇ ਹੋ। ਉਹਨਾਂ ਨੂੰ ਦੱਸਣਾ ਚਾਹੀਦਾ ਹੈ। ਕੋਈ ਹਕੀਕਤ ਹੈ, ਕੋਈ ਇਸ ਤਰ੍ਹਾਂ ਦਾ ਕੁਝ ਤੁਹਾਡੇ ਕੋਲ ਰੋਡ ਮੈਪ ਹੈ? ਮੈਂ ਹੁਣ ਤੁਹਾਡੇ ਕੋਲ ਸਵਾਲ ਕਰੂੰਗਾ ਕਿਉਂਕਿ ਤੁਸੀਂ ਹੁਣ ਇੱਕ ਜ਼ਿੰਮੇਵਾਰ ਇੱਕ ਲੋਕ ਹੋ, ਕਿਉਂਕਿ ਤੁਸੀਂ ਹੁਣ ਰਾਜਨੀਤੀ 'ਚ ਹੋ, ਪਹਿਲੇ ਤੁਸੀਂ ਅੱਛੇ ਗਵਰਨਰ ਰਹੇ ਹੋ, ਦੇਸ਼ ਲੈਵਲ ਤੇ ਵੀ ਤੁਸੀਂ ਕੰਮ ਕੀਤਾ, ਕਿ ਕਿਆ ਤੁਹਾਡੇ ਕੋਲ ਕੋਈ ਐਸਾ ਕੋਈ ਰੋਡ ਮੈਪ ਹੈ ਜਿੱਥੋਂ ਕੱਢਿਆ ਜਾ ਸਕਦਾ ਪੰਜਾਬ ਨੂੰ? ਦੇਖੋ ਇਹ ਰੋਡ ਮੈਪ ਬਹੁਤ ਹੀ ਸਿੰਪਲ ਹੈ ਜੀ। ਇੱਕ ਰੋਡ ਮੈਪ ਹੈ ਕਿ ਜੀ ਡਬਲ ਇੰਜਨ ਦੀ ਸਰਕਾਰ ਲਿਆਓ, ਜਿਹੜੀਆਂ ਸਕੀਮਾਂ ਭਾਰਤ ਸਰਕਾਰ ਦੀਆਂ ਹੈ ਇੱਕ ਕਰਕੇ ਸਾਰੀਆਂ ਸਕੀਮਾਂ ਇੱਥੇ ਲੈ ਕੇ ਆਓ। ਪਹਿਲੇ ਲੱਗੀਆਂ ਨਹੀਂ, ਲਾਗੂ ਨਹੀਂ ਹੋਈਆਂ? ਬਿਲਕੁਲ ਨਹੀਂ ਲਾਗੂ ਹੋਈਆਂ ਜੀ। ਮੈਂ ਤਾਂ ਤੁਹਾਨੂੰ ਹੁਣੀ ਅੱਗੇ ਵੀ ਇੱਕ ਗੱਲ ਕਰਕੇ ਹਟਿਆ ਕਿ ਇੱਕ ਛੋਟੀ ਜਿਹੀ ਸਕੀਮ ਹੈ ਜਿਹਨੂੰ ਤੁਸੀਂ ਸੈਨੀਟੇਸ਼ਨ ਦੇ ਉੱਤੇ, ਸਫਾਈ ਦੇ ਉੱਤੇ, ਉਹ ਸਕੀਮ ਹੈ ਨਾ ਜੀ, ਸਵੱਛ ਭਾਰਤ। ਉਹਦੇ ਵਿੱਚ ਕੀ ਹੈ ਕਿ ਚਲੋ ਗਲੀਆਂ ਸਾਫ਼ ਰੱਖੋ, ਹੈ ਨਾ। ਬੜਾ ਪੈਸਾ ਦਿੰਦੇ ਮਿਊਨਿਸਪੈਲਿਟੀਆਂ ਨੂੰ ਜੀ ਕਿ ਸਾਰਾ ਕੂੜਾ ਕਰਕਟ ਹਟਾਓ, ਤੇ ਕੀ ਇੱਥੇ ਤੁਹਾਨੂੰ ਹਟਿਆ ਦਿਖਦਾ ਹੈ? ਦੂਜਾ ਹੈ ਕਿ ਉਹਦੀ ਇੱਕ ਹੋਰ ਕੰਪੋਨੈਂਟ ਹੈ ਵੀ ਘਰ ਘਰ ਵਿੱਚ ਬਾਥਰੂਮ ਹੋਵੇ। ਮੈਂ ਕੱਲ੍ਹ ਇੱਕ ਜਗ੍ਹਾ ਗਿਆ, ਉਹ ਮੈਨੂੰ ਇੱਕ ਬੀਬੀ ਰੋ ਕੇ ਦਾੜਾ ਮਾਰ ਰਹੀ ਸੀ। ਮੈਂ ਕਿਹਾ ਜੀ ਕੀ ਹੋ ਗਿਆ? ਕਹਿੰਦੇ ਜੀ ਸਾਡੇ ਇੱਥੇ ਕੋਈ ਬਾਥਰੂਮ ਘਰਾਂ 'ਚ ਹੈ ਨਹੀਂ ਹੈ, ਤੇ ਮੇਰਾ 24 ਸਾਲ ਦਾ ਬੇਟਾ ਹੈ, ਉਹ 10 ਦਿਨ ਪਹਿਲਾਂ ਬਾਥਰੂਮ ਕਰਨ ਪਟੜੀ ਤੇ ਚਲਾ ਗਿਆ, ਕਿਉਂਕਿ ਉਹੀ ਪ੍ਰੈਕਟਿਸ ਹੈ, ਸਾਰੇ ਅਸੀਂ ਪਟੜੀਆਂ ਤੇ ਜਾ ਕੇ ਬਾਥਰੂਮ ਕਰਦੇ ਹਾਂ, ਤੇ ਇਹ ਰੇਲ ਟ੍ਰੇਨ ਆਈ ਤੇ ਉਹ ਕੁਚਲ ਕੇ ਮਾਰਿਆ ਗਿਆ। ਤੇ ਇਹ ਤਾਂ ਹਾਲ ਹੈ ਜੀ ਕਿ ਜਿਹੜੇ ਸਰਕਾਰਾਂ ਦੇ ਪੈਸੇ ਆ ਜਿਨ੍ਹਾਂ ਦੇ ਲਈ ਹੈ ਉਹਨਾਂ ਤੱਕ ਪਹੁੰਚ ਨਹੀਂ ਰਹੇ ਆ। ਸਾਡੇ ਜਿਹੜੇ ਵਿਚੋਲੇ ਨੇ ਉਹ ਆਪਣੀਆਂ ਜੇਬਾਂ ਭਰੀ ਜਾਂਦੇ ਨੇ, ਤੇ ਸਾਡੇ ਲਈ ਤਾਂ ਜੀ ਮੇਰੇ ਵਿੱਚ ਔਰ ਮੋਦੀ ਜੀ ਦੇ ਵਿੱਚ ਕੋਈ ਵਿਚੋਲਾ ਹੈ ਨਹੀਂ। ਅਸੀਂ ਤਾਂ ਸਿੱਧਾ ਜਾ ਕੇ ਬਾਂਹ ਫੜ ਕੇ ਤੇ ਇਸ ਡਿਸਟ੍ਰਿਕਟ ਲਈ ਔਰ ਇਸ ਹਲਕੇ ਲਈ ਜੋ ਚਾਹੀਦਾ ਹੋਵੇਗਾ ਉਸ ਤਰ੍ਹਾਂ ਦੀ ਹੈਲਪ ਉੱਥੋਂ ਲਿਆਵਾਂਗੇ। ਸ਼ੁਕਰੀਆ। ਤਾਂ ਸਨ ਜਗਮੋਹਨ ਸਿੰਘ ਜੀ ਰਾਜੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ। ਤਾਂ ਸਿਆਸੀ ਦਾਅਵਿਆਂ ਦੇ ਉੱਤੇ ਅੱਜ ਪਹਿਲੀ ਵਾਰ ਬੋਲਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਰੋਡ ਮੈਪ ਇਸ ਤਰ੍ਹਾਂ ਤਿਆਰ ਨਹੀਂ ਹੁੰਦਾ। ਰੋਡ ਮੈਪ ਵਾਸਤੇ ਇੱਕ ਪ੍ਰੋਪਰ ਜਿਹੜੀ ਹੈ ਸਾਰੀ ਪਹਿਲੇ ਨਾਮਾਂਕਨ ਕਰਨਾ ਹੁੰਦਾ, ਦੇਖਣਾ ਹੁੰਦਾ ਕੀ ਚੀਜ਼ ਹੈ। ਤਾਂ ਫਿਲਹਾਲ ਅਕਾਲੀ ਦਲ ਅਤੇ
ਜਿਹੜਾ ਹੈ ਖਾਸ ਕਰਕੇ ਕਾਂਗਰਸ ਤੇ ਵੱਡੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਨੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।